ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੋਜੀ ਬਾਲਕ ਜਦੋਂ ਦਰਿਆ ਦੇ ਕਿਨਾਰੇ ਪਾਣੀ ਵਿੱਚ ਵੜ ਕੇ ਦੋ ਧੜੇ ਬਣਾ ਕੇ ਇੱਕ ਦੂਜੇ ਉੱਤੇ ਪਾਣੀ ਪਾਉਣ ਦੀ ਬਾਜੀ ਲਾ ਕੇ ਖੇਡਦੇ ਤਾਂ ਦਰਿਆ ਦੇ ਕਿਨਾਰੇ ਬੈਠੇ ਕਈ ਸਾਧੂ ਅਤੇ ਪੰਡਿਤ ਬ੍ਰਾਹਮਣ ਭਿੱਜ ਜਾਂਦੇ ਅਤੇ ਉਹ ਬਚਣ ਲਈ ਦੂਰ ਹੁੰਦੇ ਤਾਂ ਸਾਰੇ ਬੱਚੇ ਤਾੜੀਆਂ ਮਾਰਦੇ, ਓਏ ਨੱਸ ਗਿਆ ਕਹਿੰਦੇ। ਇਸ ਮਗਰੋਂ ਉਹਨਾਂ ਕਾਣੇ ਲੈ ਕੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ, ਨਿਸ਼ਾਨੇਬਾਜ਼ੀ ਦੇ ਕਰਤੱਵ ਕਰਨ ਲੱਗ ਪਏ। ਗੁਰੂ ਜੀ ਦੇ ਘਰ ਬਾਹਰ ਵਿਹੜੇ ਵਿੱਚ ਖੂਹ ਸੀ। ਉੱਥੋਂ ਦਾ ਮਿੱਠਾ ਪਾਣੀ ਹੋਣ ਕਰਕੇ ਮਹੱਲੇ ਦੀਆਂ ਜਨਾਨੀਆਂ ਪਾਣੀ ਦੇ ਘੜੇ ਭਰ ਕੇ ਲਿਜਾਂਦੀਆਂ ਸਨ। ਬਾਲਕ ਗੁਰੂ ਸਭ ਤੋਂ ਪਹਿਲੇ ਇਹਨਾਂ ਪਾਣੀ ਦੇ ਘੜਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਬਾਲ ਸਾਥੀਆਂ ਵਿੱਚੋਂ ਤੀਰ ਕਿਸੇ ਦਾ ਵੀ ਨਿਸ਼ਾਨੇ 'ਤੇ ਨਾ ਲੱਗਦਾ, ਪਰ ਨਿੱਕੇ ਜਿਹੇ ਬਾਲਕ ਗੁਰੂ ਦਾ ਤੀਰ ਨਿਸ਼ਾਨੇ 'ਤੇ ਵੱਜਦਾ ਜਾਂ ਤਾਂ ਘੜਾ ਸਿਰ 'ਤੇ ਚੁੱਕਿਆ ਹੀ ਟੁੱਟ ਜਾਂਦਾ ਜਾਂ ਤੀਰ ਦੀ ਠੋਕਰ ਵੱਜ ਕੇ ਸਿਰ ਤੋਂ ਥੱਲੇ ਡਿੱਗਦਾ ਅਤੇ ਟੁੱਟ ਕੇ ਪਾਣੀ ਰੁੜ੍ਹ ਜਾਂਦਾ। ਬਾਲਕ ਗੁਰੂ ਦੀ ਤਾਂ ਇਹ ਖੇਡ ਆਪਣੀ ਪ੍ਰੈਕਟਿਸ ਅਤੇ ਕਸਰਤ ਸੀ, ਪਰ ਉੱਧਰ ਮਾਤਾ ਨੂੰ ਉਲਾਮੇ ਦੇਣ ਵਾਲੀਆਂ ਦਾ ਤਾਂਤਾ ਵੱਜ ਗਿਆ। ਕਿਸੇ ਦਿਨ 5, ਕਿਸੇ ਦਿਨ 7, ਕਿਸੇ ਦਿਨ 10 ਅਤੇ 20 ਉਲਾਮੇ ਆ ਜਾਂਦੇ। ਮਾਤਾ ਜੀ ਵੀ ਬਾਲਕ ਗੁਰੂ ਪੁੱਤਰ ਨੂੰ ਕੁਝ ਆਖਣੋਂ ਸੰਗਦੇ ਸਨ, ਕਿਉਂਕਿ ਅੰਤਰਜਾਮੀ ਗੁਰੂ ਤੇਗ ਬਹਾਦਰ ਜੀ ਦੀ ਪੱਕੀ ਕਰਕੇ ਗਏ ਸਨ ਕਿ ਸਾਹਿਬਜ਼ਾਦੇ ਨੂੰ ਗੁੱਸੇ ਨਹੀਂ ਹੋਣਾ ਅਤੇ ਨਾ ਉਹਨਾਂ ਨੂੰ ਕਿਸੇ ਗੱਲੋਂ ਰੋਕਣਾ ਹੈ। ਇਹ ਵੱਡਾ ਮਹਾਂਪੁਰਖ ਪ੍ਰਭੂ ਨੇ ਸਾਡੇ ਘਰ ਭੇਜਿਆ ਹੈ, ਜਿਸ ਨੇ ਇਸ ਸੰਸਾਰ 'ਤੇ ਉਹ ਕੁਝ ਕਰਕੇ ਦਿਖਾਉਣਾ ਹੈ ਜੋ ਅੱਗੇ ਕਿਸੇ ਨੇ ਨਹੀਂ ਸੀ ਕੀਤਾ। ਸੋ ਮਾਤਾ ਨਾਨਕੀ ਜੀ ਉਲਾਮੇ ਦੇਣ ਆਈਆਂ ਇਸਤਰੀਆਂ ਨੂੰ ਘੜੇ ਦਾ ਮੁੱਲ ਦੇ ਕੇ ਕੁਝ ਹੋਰ ਵੀ ਦੇ ਕੇ ਖੁਸ਼ ਕਰਕੇ ਵਾਪਸ ਭੇਜਦੇ ਸਨ। ਇਉਂ ਬਾਲ ਗੁਰੂ ਜੀ ਨਿੱਕੇ ਹੁੰਦੇ ਹੀ ਸੈਂਕੜੇ ਬਾਲਾਂ ਦੇ ਲੀਡਰ ਬਣ ਕੇ ਕਦੇ ਦਰਿਆ ਦੇ ਕਿਨਾਰੇ, ਕਦੇ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ, ਕਦੇ ਆਪਣੇ ਮਹੱਲੇ ਵਿੱਚ ਭੱਜੇ ਫਿਰਦੇ। ਗੁਰੂ ਜੀ ਦੇ ਹੱਥ ਵਿੱਚ ਨਿੱਕੀ ਜਿਹੀ ਪਰ ਇੰਨੀ ਸਖਤ ਕਿ ਨਿੱਕੀ ਉਮਰ ਦੇ ਬਾਲਕ ਵਿੱਚ ਜਿਸ ਨੂੰ ਖਿੱਚਣ ਦੀ ਵੀ ਸ਼ਕਤੀ ਨਹੀਂ ਸੀ ਹੁੰਦੀ, ਐਸੀ ਧਨੁੱਖ ਅਤੇ ਕਾਨਿਆਂ ਦੇ ਤੀਰ ਗੁਲੇਲਾਂ ਮਾਰਨ ਵਿੱਚ ਵੀ ਚੰਗੇ ਨਿਸ਼ਾਨਚੀ ਸਨ। ਸੋ ਉਹਨਾਂ ਦੀ ਪ੍ਰੇਰਨਾ ਅਤੇ ਹੁਕਮ ਅਨੁਸਾਰ ਬਾਕੀ ਬੱਚੇ ਵੀ ਇਹੋ ਜਿਹੇ ਹੀ ਤੀਰ ਕਮਾਨ ਅਤੇ ਗੁਲੇਲੇ ਮਾਰਨ ਵਾਲੇ ਹੀ ਬਾਲਕ ਗੁਰੂ ਦੀ ਹੁਕਮੀ ਫੌਜ ਬਣੇ ਹੋਏ ਪਿੱਛੇ ਤੁਰ ਕੇ ਜਾਂ ਦੌੜ ਕੇ ਹੀ ਬੜੇ ਹੀ ਖੁਸ਼ ਅਤੇ ਪ੍ਰਸੰਨ ਹੁੰਦੇ ਸਨ। ਲੋਕ ਗੁਰੂ ਪੁੱਤਰ ਜਾਣ ਕੇ ਉਸ ਤਰ੍ਹਾਂ ਹੀ ਅਦਬ ਸਤਿਕਾਰ ਕਰਦੇ ਅਤੇ ਜਾਂਦੇ ਗੁਰੂ ਬਾਲਕ ਨੂੰ ਨਮਸਕਾਰਾਂ ਕਰਦੇ ਅਤੇ ਇਹਨਾਂ ਕੌਤਕਾਂ ਨੂੰ ਵੇਖ ਹੈਰਾਨ ਅਤੇ ਚਤਰਿਤ ਹੁੰਦੇ ਸਨ। ਮਾਮਾ ਕਿਰਪਾਲ ਚੰਦ ਅਤੇ ਗੁਰੂ ਘਰ ਦੇ ਹੋਰ ਮੁਸਾਹਿਬ, ਸਿੱਖ ਦੀਵਾਨ ਮੋਤੀ ਰਾਮ, ਮੁਨਸ਼ੀ ਸਾਹਿਬ ਚੰਦ ਚਤਰਿਤ ਹੋਏ ਅਤੇ ਅਸਚਰਜ ਲੋਕਾਂ ਨੂੰ ਆਖਦੇ, ਇਹ ਬਾਲਕ ਗੁਰੂ ਆਪਣੇ ਦਾਦੇ ਗੁਰੂ ਦੀ ਨਕਲ ਕਰ ਰਹੇ ਹਨ। ਸਮੇਂ ਦੀ ਲੋੜ ਬਹਾਦਰ ਬਣਨ ਦੀ ਹੈ, ਜ਼ੁਲਮ ਅਤੇ ਜਬਰ ਦਾ ਮੁਕਾਬਲਾ ਕਰਦੀ ਹੈ। ਬਾਬੇ ਗੁਰੂ ਨੇ ਵੀ ਜਾਬਰ ਹਾਕਮਾਂ ਅਤੇ ਬਾਦਸ਼ਾਹੀ ਫੌਜਾਂ ਨੂੰ ਮਾਰ ਭਜਾਇਆ ਸੀ। ਸੋ ਇਹ ਸਭ ਕੁਝ ਮਾਤਾ ਜੀ ਤੋਂ ਸੁਣ ਕੇ ਉਸੇ ਤਰ੍ਹਾਂ ਦੇ ਹੀ ਬਣਨਾ ਚਾਹੁੰਦੇ ਹਨ। ਫਿਰ ਅਸੀਂ ਤਾਂ ਥਰ ਕੰਬਦੇ ਹਾਂ। ਜੋ ਕੁਝ ਵੀ ਇਹ ਮੂੰਹੋਂ ਆਖਦੇ ਹਨ ਉਹ ਸੱਚ ਹੋ ਜਾਂਦਾ ਹੈ। ਇਸ ਲਈ ਮਾਤਾਵਾਂ ਵੀ ਇਹਨਾਂ ਦੀ ਕਿਸੇ ਮੌਜ ਵਿੱਚ ਦਖਲ ਨਹੀਂ ਦਿੰਦੀਆਂ ਅਤੇ ਇਹ ਜੋ ਮਨ ਆਉਂਦਾ ਹੈ ਉਸੇ ਤਰ੍ਹਾਂ ਖੇਡ ਕਰਦੇ ਹਨ। ਰਾਣੀ ਪਦਮਾਵਤੀ ਨੂੰ ਵਰ ਦੇਣਾ। ਲਾਉਂਡੇ ਵੇਲੇ ਮਾਮਾ ਕਿਰਪਾਲ ਚੰਦ ਜੀ ਨਿੱਕੇ ਜਿਹੇ ਗੋਬਿੰਦ ਸਿੰਘ ਜੀ ਨੂੰ ਦਰਿਆ ਗੰਗਾ ਦੇ ਕੰਢੇ ਲੈ ਜਾਂਦੇ। ਆਪ ਗੰਗਾ ਦੇ ਕੰਢੇ ਬੈਠ ਕੇ ਦਰਿਆ ਵਿੱਚ ਨਿੱਕੇ ਨਿੱਕੇ ਗੀਟੇ ਸੁੱਟਦੇ, ਕਦੀ ਰੇਤ ਵਿੱਚ ਬੈਠ ਕੇ ਰੇਤ ਨਾਲ ਹੀ ਖੇਡਣ ਲੱਗ ਪੈਂਦੇ। ਆਪ ਦੇ ਨਾਲ ਆਪ ਦੀ ਉਮਰ ਦੇ
ਹੋਰ ਬਾਲਕ ਵੀ ਆ ਜਾਂਦੇ ਅਤੇ ਸਾਰੇ ਰਲ ਕੇ ਰੇਤ ਵਿੱਚ ਦੌੜਦੇ, ਹੱਸਦੇ, ਖੇਡਦੇ, ਇੱਕ ਦੂਸਰੇ ਦੇ ਮਗਰ ਭੱਜਦੇ, ਡਿੱਗਦੇ, ਉੱਠਦੇ ਅਤੇ ਇੱਕ ਦੂਜੇ ਨੂੰ ਫੜਦੇ। ਇਸ ਤਰ੍ਹਾਂ ਖੇਡਦਿਆਂ ਕਈ ਘੰਟੇ ਬੀਤ ਜਾਂਦੇ। ਇਸ ਤਰ੍ਹਾਂ ਦੀਆਂ ਖੇਡਾਂ ਸਮੇਂ ਕਦੀ ਕਦੀ ਕੋਈ ਪੁਰਸ਼ ਜਾਂ ਕੋਈ ਤੀਵੀ ਨਿੱਕੇ ਜਿਹੇ ਗੋਬਿੰਦ ਸਿੰਘ ਜੀ ਪਾਸ ਆ ਕੇ ਕੋਈ ਵਰ ਮੰਗਦੇ। ਗੋਬਿੰਦ ਸਿੰਘ ਜੀ ਹੱਸ ਕੇ ਕਹਿ ਦਿੰਦੇ, ਕੰਮ ਪੂਰਾ ਹੋਵੇਗਾ ਤਾਂ ਅਕਾਲ ਪੁਰਖ ਦੀ ਮਿਹਰ ਨਾਲ ਉਹ ਕਾਰਜ ਰਾਸ ਹੋ ਜਾਂਦਾ। ਇੱਕ ਸਮੇਂ ਬਨਾਰਸ ਦੀ ਰਾਣੀ ਪਦਮਾਵਤੀ ਆਪਣੀਆਂ ਦਾਸੀਆਂ ਸਣੇ ਪੜ੍ਹਨੇ ਆਈ ਅਤੇ ਤਰਕਾਲਾਂ ਵੇਲੇ ਸੈਰ ਕਰਦੀ ਕਰਦੀ ਦਰਿਆ ਗੰਗਾ ਦੇ ਕੰਢੇ ਆ ਗਈ। ਅੱਗੇ ਦਰਿਆ ਦੇ ਕਿਨਾਰੇ ਗੋਬਿੰਦ ਸਿੰਘ ਜੀ ਦੂਸਰੇ ਬਾਲਕਾਂ ਸਣੇ ਖੇਡ ਰਹੇ ਸਨ। ਆਪ ਹੱਸਦੇ ਅਤੇ ਦੂਸਰਿਆਂ ਨੂੰ ਹਸਾਉਂਦੇ ਸਨ ਅਤੇ ਬੜੇ ਪਿਆਰੇ ਲੱਗਦੇ ਸਨ। ਰਾਣੀ ਪਦਮਾਵਤੀ ਦੀ ਸ਼ਾਦੀ ਹੋਇਆਂ 7 ਸਾਲ ਹੋ ਗਏ ਸਨ, ਪਰ ਅਜੇ ਇਸ ਨੇ ਬਾਲਕ ਦਾ ਮੂੰਹ ਨਹੀਂ ਸੀ ਵੇਖਿਆ। ਕਰਤਾਰ ਸਿਰਜਣਹਾਰ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ। ਜਦੋਂ ਰਾਣੀ ਜੀ ਨੇ ਗੋਬਿੰਦ ਸਿੰਘ ਜੀ ਨੂੰ ਬਾਲਕਾਂ ਨਾਲ ਇਸ ਤਰ੍ਹਾਂ ਹੱਸ ਹੱਸ ਕੇ ਖੇਡਦਿਆਂ ਵੇਖਿਆ ਤਾਂ ਰਾਣੀ ਦੇ ਦਿਲ ਅੰਦਰ ਪਿਆਰ ਆਇਆ ਕਿ ਇਸ ਮਨਮੋਹਨ ਲਾਲ ਜੀ ਨੂੰ ਚੁੱਕ ਕੇ ਛਾਤੀ ਨਾਲ ਲਾ ਲਵੇ ਅਤੇ ਰੱਜ ਰੱਜ ਕੇ ਪਿਆਰ ਕਰਕੇ ਕਲੇਜਾ ਠਾਰ ਲਵੇ। ਪਰ ਰਾਣੀ ਡਰਦੀ ਹੀ ਰਹੀ ਕਿ ਪਤਾ ਨਹੀਂ ਇਹ ਬਾਲਕ ਕਿਸ ਤਰ੍ਹਾਂ ਦਾ ਹੈ ਅਤੇ ਕੋਈ ਇਸ ਤਰ੍ਹਾਂ ਕਰਨ ਨਾਲ ਬੁਰਾ ਨਾ ਮਨਾਵੇ। ਉਹ ਹੌਲੀ ਹੌਲੀ ਲਾਲਸਾ ਭਰੀ ਨਜ਼ਰ ਨਾਲ ਗੋਬਿੰਦ ਸਿੰਘ ਜੀ ਵੱਲ ਦੇਖਦੀ ਰਹੀ। ਮਾਮਾ ਕਿਰਪਾਲ ਚੰਦ ਜੀ ਵੀ ਇੱਕ ਪਾਸੇ ਇੱਕ ਪੱਥਰਪੁਰ ਬੈਠੇ ਇਹ ਦ੍ਰਿਸ਼ ਦੇਖ ਰਹੇ ਸਨ। ਆਪ ਰਤਾ ਨਾ ਬੋਲੇ, ਕਿਉਂਕਿ ਉਹ ਰਾਣੀ ਸੀ, ਨਾਲ ਦਾਸੀਆਂ ਸਨ, ਮਤੇ ਉਹ ਬੁਰਾ ਨਾ ਮਨਾਵੇ। ਅਜੇ ਰਾਣੀ ਪਦਮਾਵਤੀ ਨੂੰ ਇਸ ਤਰ੍ਹਾਂ ਲਾਲਸਾ ਭਰੀਆਂ ਨਜ਼ਰਾਂ ਨਾਲ ਗੋਬਿੰਦ ਸਿੰਘ ਜੀ ਵੱਲ ਵੇਖਦਿਆਂ ਥੋੜ੍ਹਾ ਹੀ ਚਿਰ ਹੋਇਆ ਸੀ ਕਿ ਰੇਤ ਨਾਲ ਭਰੇ ਚੋਜੀ ਪ੍ਰੀਤਮ ਜੀ ਆਪੇ ਹੀ ਦੌੜੇ ਆਏ ਅਤੇ ਆ ਕੇ ਰਾਣੀ ਪਦਮਾਵਤੀ ਦੀਆਂ ਲੱਤਾਂ ਨੂੰ ਕੁੱਟ ਕੇ ਜੱਫੀ ਪਾ ਲਈ। ਇੱਕ ਦਾਸੀ ਦੌੜ ਕੇ ਅੱਗੇ ਹੋਈ ਅਤੇ ਗੋਬਿੰਦ ਸਿੰਘ ਜੀ ਨੂੰ ਪਰੇ ਕਰਨ ਲੱਗੀ ਕਿ ਉਹਨਾਂ ਨੇ ਰੇਤ ਭਰੇ ਹੱਥਾਂ ਨਾਲ ਰਾਣੀ ਦੀ ਸਾੜੀ ਖਰਾਬ ਕਰ ਦਿੱਤੀ ਹੈ। ਪਰ ਰਾਣੀ ਜੀ ਨੇ ਦਾਸੀ ਨੂੰ ਬੜਾ ਝਾੜਿਆ ਅਤੇ ਗੋਬਿੰਦ ਸਿੰਘ ਜੀ ਨੂੰ ਕੁੱਛੜ ਚੁੱਕ ਕੇ ਆਪਣੀ ਸਾੜੀ ਦੇ ਪੱਲੇ ਨਾਲ ਉਹਨਾਂ ਦੇ ਚਰਨ ਝਾੜੇ, ਹੱਥ ਸਾਫ਼ ਕੀਤੇ, ਮੂੰਹ ਚੁੰਮਿਆ, ਪਿਆਰ ਕੀਤਾ ਅਤੇ ਬੜੀ ਮਿੱਠੀ ਜ਼ੁਬਾਨ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ। ਲਾਲ ਜੀ, ਤੁਹਾਡਾ ਨਾਂ ਕੀ ਹੈ? ਗੋਬਿੰਦ ਸਿੰਘ ਕਹਿ ਕੇ ਹੱਸ ਪਏ। ਪਦਮਾਵਤੀ, ਗੋਬਿੰਦ ਸਿੰਘ ਜੀ, ਤੁਹਾਡਾ ਘਰ ਕਿੱਥੇ ਹੈ? ਗੋਬਿੰਦ ਸਿੰਘ ਜੀ ਨੇ ਉਂਗਲ ਖੜੀ ਕਰਕੇ ਘੁਮਾਉਂਦਿਆਂ ਕਿਹਾ, ਸਾਰੇ। ਇਹ ਦੇਖ ਕੇ ਸਾਰੀਆਂ ਦਾਸੀਆਂ ਹੱਸ ਪਈਆਂ। ਪਦਮਾਵਤੀ, ਤੁਹਾਡੇ ਪਿਤਾ ਜੀ ਦਾ ਨਾਂ ਕੀ ਹੈ? ਅਕਾਲ ਕਹਿ ਕੇ ਫਿਰ ਹੱਸ ਪਏ ਅਤੇ ਕੁੱਛੜੋਂ ਉਤਰ ਕੇ ਦੌੜ ਗਏ। ਹੁਣ ਮਾਮਾ ਕਿਰਪਾਲ ਚੰਦ ਜੀ ਵੀ ਆ ਗਏ ਅਤੇ ਆ ਕੇ ਗੋਬਿੰਦ ਸਿੰਘ ਜੀ ਨੂੰ ਕੁੱਛੜ ਚੁੱਕ ਲਿਆ। ਪਹਿਲਾਂ ਤਾਂ ਰਾਣੀ ਪਦਮਾਵਤੀ ਕੁਝ ਸ਼ਰਮਾਈ ਅਤੇ ਫਿਰ ਚੁੱਪ ਕਰਕੇ ਉਹਨਾਂ ਵੱਲ ਦੇਖਦੀ ਰਹੀ। ਆਖਰ ਪੁੱਛਣ ਲੱਗੀ, ਸ਼੍ਰੀਮਾਨ ਜੀ, ਇਹ ਬਾਲਕ ਆਪ ਦਾ ਹੈ? ਜੀ, ਮੇਰਾ ਹੀ ਸਮਝ ਲੀਜੀਏ। ਮਾਮਾ ਜੀ ਨੇ ਨਿਮਰਤਾ ਨਾਲ ਕਿਹਾ। ਮਤਲਬ? ਰਾਣੀ ਪਦਮਾਵਤੀ ਨੇ ਪੁੱਛਿਆ। ਜੀ, ਇਹ ਮੇਰੀ ਬਹਿਨ ਜੀ ਦਾ ਸਾਹਿਬਜ਼ਾਦਾ ਹੈ। ਮਾਮਾ ਜੀ ਨੇ ਕਿਹਾ। कितना प्यारा है ये बालक, दिल चाहता है कि गोद में लेकर प्यार करती ही चली जाऊं। ਇਹ ਕਹਿੰਦਿਆਂ ਰਾਣੀ ਪਦਮਾਵਤੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮਾਤਾ ਕਿਰਪਾਲ ਚੰਦ ਜੀ ਨੇ ਦੇਖਿਆ ਅਤੇ ਸਮਝ ਗਏ ਕਿ ਰਾਣੀ ਦੇ ਘਰ ਔਲਾਦ ਨਹੀਂ। ਚੁੱਪ ਕੀਤੇ ਖੜੇ ਵੇਖਦੇ ਰਹੇ ਅਤੇ ਰਾਣੀ ਜੀ ਵੀ ਪਿਆਰ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖਦੇ ਰਹੇ। ਅੰਤ ਕਹਿਣ ਲੱਗੇ, क्या आपका ये बालक रोज़ यहाँ खेलने आता है? जी हाँ, ਮਾਮਾ ਕਿਰਪਾਲ ਚੰਦ ਜੀ ਨੇ ਉੱਤਰ ਦਿੱਤਾ। ਹੁਣ ਤਰਕਾਲਾਂ ਪੈਣ ਵਾਲੀਆਂ ਸਨ। ਮਾਮਾ ਕਿਰਪਾਲ ਚੰਦ ਜੀ ਨੇ ਗੋਬਿੰਦ ਸਿੰਘ ਜੀ ਨੂੰ ਉਂਗਲ ਲਾਇਆ ਅਤੇ ਘਰ ਚਲੇ ਗਏ। ਰਾਣੀ ਸਾਹਿਬਾਂ ਦੀ ਆਪਣੀ ਗੱਡੀ ਅਤੇ ਦੂਸਰੀ ਦਾਸੀਆਂ ਦੀ ਗੱਡੀ ਰਤਾ ਪਰੇ ਖੜੀਆਂ ਸਨ। ਉਹ ਉਹਨਾਂ ਗੱਡੀਆਂ ਵਿੱਚ ਬੈਠ ਕੇ ਆਪਣੇ ਅਸਥਾਨ 'ਤੇ ਚਲੀਆਂ ਗਈਆਂ।
ਘਰ ਜਾ ਕੇ ਰਾਣੀ ਜੀ ਨੇ ਰਤਾ ਆਰਾਮ ਕਰਨ ਲਈ ਪਲੰਗ 'ਤੇ ਲੇਟ ਕੇ ਰਤਾ ਅੱਖਾਂ ਬੰਦ ਕੀਤੀਆਂ ਤਾਂ ਗੋਬਿੰਦ ਸਿੰਘ ਜੀ ਦੀ ਉਹ ਪਿਆਰੀ ਪਿਆਰੀ ਅਤੇ ਮਨਮੋਹਣੀ ਸੂਰਤ ਉਸ ਦੀਆਂ ਅੱਖਾਂ ਸਾਹਮਣੇ ਸੀ। ਉਹ ਪਈ ਪਈ ਉਹਨਾਂ ਨਾਲ ਲਾਡ ਪਿਆਰ ਅਤੇ ਕਲੋਲ ਕਰ ਰਹੀ ਸੀ। ਇੰਨੇ ਨੂੰ ਰਾਜਾ ਸਾਹਿਬ ਵੀ ਬਾਹਰੋਂ ਸੈਰ ਕਰਦੇ ਕਰਦੇ ਘਰ ਆ ਗਏ। ਅੱਗੇ ਰਾਣੀ ਆਪਣੇ ਪ੍ਰੇਮ ਰੰਗ ਵਿੱਚ ਮਗਨ ਜਾਗੋ ਮਿੱਟੀ ਵਿੱਚ ਇੱਕ ਸੁੰਦਰ ਸੁਪਨਾ ਲੈ ਰਹੀ ਸੀ ਅਤੇ ਬੁੜਬੜਾ ਰਹੀ ਸੀ, ਕਿਉਂ ਪ੍ਰੀਤਮ ਜੀ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ? ਤੁਸੀਂ ਮੈਨੂੰ ਰੋਜ਼ ਮਿਲਿਆ ਕਰੋਗੇ ਨਾ? ਤੁਸੀਂ ਮੇਰੇ ਹੀ ਬਣ ਜਾਓ। ਇਸੇ ਤਰ੍ਹਾਂ ਮੇਰੀ ਛਾਤੀ ਨਾਲ ਲੱਗ ਕੇ ਮੇਰੇ ਕਲੇਜੇ ਠੰਡ ਪਾਉਂਦੇ ਰਹੋਗੇ ਨਾ? ਰਾਜਾ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਰਾਣੀ ਇਹ ਕਿਸ ਨਾਲ ਗੱਲਾਂ ਕਰ ਰਹੀ ਹੈ, ਕਿਸ ਦੇ ਪਿਆਰ ਵਿੱਚ ਮਗਨ ਹੋ ਰਹੀ ਹੈ। ਰਾਜੇ ਨੂੰ ਕੁਝ ਸ਼ੱਕ ਜਿਹਾ ਪੈ ਗਿਆ ਅਤੇ ਅਚਕਨ ਉਤਾਰੀ। ਦਾਸੀ ਨੇ ਆ ਕੇ ਅਚਕਨ ਫੜ ਲਈ। ਰਾਣੀ ਗੋਬਿੰਦ ਗੋਬਿੰਦ ਦਾ ਨਾਂ ਲੈਂਦੀ ਉੱਠ ਕੇ ਬੈਠ ਗਈ। ਰਾਜੇ ਨੇ ਪੁੱਛਿਆ, ਇਹ ਕਿਸ ਦਾ ਸੁਪਨਾ ਆ ਰਿਹਾ ਸੀ ਪਿਆਰੀ? ਸੁਪਨਾ ਨਹੀਂ, ਸਾਖਸਾਤ ਦਰਸ਼ਨ ਕਰ ਰਹੀ ਸਾਂ ਗੋਬਿੰਦ ਜੀ ਦੇ। ਰਾਣੀ ਨੇ ਮੁਸਕਰਾਉਂਦਿਆਂ ਕਿਹਾ, ਉਹ ਕੌਣ ਹੈ ਤੁਹਾਡਾ ਗੋਬਿੰਦ, ਜਿਸ ਦੇ ਪ੍ਰੇਮ ਵਿੱਚ ਇਸ ਤਰ੍ਹਾਂ ਵਿਆਕੁਲ ਹੋ ਰਹੇ ਸੋ? ਰਾਜੇ ਨੇ ਪੁੱਛਿਆ, ਮੈਂ ਕਹਿ ਨਹੀਂ ਸਕਦੀ ਕਿ ਉਹ ਕੌਣ ਸਨ, ਪਰ ਜੇ ਤੁਸੀਂ ਵੀ ਉਹਨਾਂ ਨੂੰ ਦੇਖਣਾ ਚਾਹੁੰਦੇ ਹੋ, ਸਾਡੇ ਨਾਲ ਗੰਗਾ ਘਾਟ 'ਤੇ ਚੱਲਣਾ। ਰਾਣੀ ਨੇ ਕਿਹਾ, ਨਹੀਂ ਨਹੀਂ, ਤੁਸੀਂ ਕੱਲ੍ਹ ਗੰਗਾ ਘਾਟ 'ਤੇ ਨਹੀਂ ਜਾਣਾ। ਤੁਸੀਂ ਇੱਕ ਮਹਾਰਾਣੀ ਹੋ, ਹਰ ਇੱਕ ਨਾਲ ਗੱਲਾਂ ਕਰਨੀਆਂ ਠੀਕ ਨਹੀਂ। ਇੱਥੇ ਕਈ ਪਖੰਡੀ ਮਹਾਤਮਾ ਬਣ ਕੇ ਅਮੀਰਾਂ ਅਤੇ ਖਾਸ ਕਰਕੇ ਇਸਤਰੀਆਂ ਨੂੰ ਲੁੱਟਦੇ ਫਿਰਦੇ ਨੇ। ਦੇਖਣਾ ਕਿਤੇ ਖਾਨਦਾਨ ਦੇ ਨਾਂ ਨੂੰ ਕਲੰਕ ਨਾ ਲਵਾ ਲੈਣਾ। ਰਾਜੇ ਨੇ ਰਤਾ ਕ੍ਰੋਧ ਨਾਲ ਕਿਹਾ, ਨਹੀਂ, ਉਹ ਕੋਈ ਪਖੰਡੀ ਮਹਾਤਮਾ ਨਹੀਂ ਅਤੇ ਨਾ ਹੀ ਕੋਈ ਸਾਧ ਹੈ। ਉਹ ਤੇ ਸੱਚਮੁੱਚ ਹੀ ਆਪ ਗੋਬਿੰਦ ਹੈ। ਤੁਸੀਂ ਚੱਲ ਕੇ ਵੇਖੋ ਤੇ ਸਹੀ। ਰਾਣੀ ਨੇ ਕਿਹਾ, ਅੱਛਾ ਅੱਛਾ, ਦੇਖੀ ਜਾਏਗੀ। ਚਲੋ ਚੱਲ ਕੇ ਖਾਣਾ ਖਾਈਏ। ਰਾਜੇ ਨੇ ਕਿਹਾ। ਖਾਣਾ ਖਾ ਕੇ ਸਾਰਿਆਂ ਨੇ ਆਰਾਮ ਕੀਤਾ। ਸਾਰੀ ਰਾਤ ਰਾਣੀ ਪਦਮਾਵਤੀ ਦੀਆਂ ਅੱਖਾਂ ਸਾਹਮਣੇ ਉਹ ਗੋਬਿੰਦ ਜੀ ਦਾ ਨੂਰਾਨੀ ਮੁਖੜਾ ਢਲਕਦਾ ਰਿਹਾ। ਦਿਨ ਚੜ੍ਹਿਆ, ਦਿਨ ਬੀਤਣ 'ਤੇ ਨਾ ਆਵੇ। ਕਦੋਂ ਲੌਡਾ ਪਹਿਰ ਹੋਵੇ ਅਤੇ ਕਦੋਂ ਗੰਗਾ ਘਾਟ 'ਤੇ ਗੋਬਿੰਦ ਜੀ ਦੇ ਦਰਸ਼ਨ ਹੋਣ। ਰਾਣੀ ਦੇ ਕਹੇ ਅਨੁਸਾਰ ਰਾਜਾ ਸਾਹਿਬ ਵੀ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਤਿਆਰ ਹੋਏ ਅਤੇ ਸਮੇਂ ਤੋਂ ਪਹਿਲਾਂ ਹੀ ਰਾਣੀ ਸਮੇਤ ਗੰਗਾ ਘਾਟ 'ਤੇ ਪਹੁੰਚ ਗਏ। ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਬਾਲ ਗੋਪਾਲ ਅਜੇ ਨਹੀਂ ਸਨ ਆਏ। ਘਾਟ 'ਤੇ ਮਲਾਹ ਸਨ। ਉਹਨਾਂ ਕੋਲੋਂ ਪਤਾ ਕੀਤਾ। ਇੱਕ ਮਲਾਹ ਨੇ ਕਿਹਾ ਕਿ ਉਹ ਬਾਲਕ ਤਾਂ ਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਹੈ। ਇਹ ਗੱਲ ਆਮ ਪ੍ਰਸਿੱਧ ਹੈ ਕਿ ਉਸ ਬਾਲਕ ਕੋਲੋਂ ਜੋ ਮੁਰਾਦ ਮੰਗੋ, ਜੇ ਉਹ ਹਾਂ ਕਰ ਦੇਵੇ ਤਾਂ ਪੂਰੀ ਹੁੰਦੀ ਹੈ। ਮਲਾਹ ਦੀ ਇਹ ਗੱਲ ਸੁਣ ਕੇ ਰਾਜਾ ਅਤੇ ਰਾਣੀ ਦੋਵੇਂ ਹੈਰਾਨ ਰਹਿ ਗਏ। ਘੜੀ ਕੁ ਮਗਰੋਂ ਮਾਮਾ ਕਿਰਪਾਲ ਚੰਦ ਜੀ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਹਾਣੀਆਂ ਬਾਲਕਾਂ ਸਣੇ ਘਾਟ 'ਤੇ ਆ ਗਏ। ਗੋਬਿੰਦ ਸਿੰਘ ਜੀ ਸਭ ਤੋਂ ਅੱਗੇ ਅੱਗੇ ਇਸ ਤਰ੍ਹਾਂ ਤੁਰੇ ਆ ਰਹੇ ਸਨ ਜਿਸ ਤਰ੍ਹਾਂ ਕਿਸੇ ਫੌਜ ਦੇ ਜਰਨੈਲ ਹੁੰਦੇ ਹਨ। ਰਾਣੀ ਪਦਮਾਵਤੀ ਜੀ ਗੋਬਿੰਦ ਸਿੰਘ ਜੀ ਵੱਲ ਬੜੀਆਂ ਲਲਚਾਈਆਂ ਅੱਖਾਂ ਨਾਲ ਦੇਖ ਰਹੇ ਸਨ ਕਿ ਪਿਆਰੇ ਗੋਬਿੰਦ ਜੀ ਨੇ ਝੱਟ ਜਾ ਕੇ ਲੱਤਾਂ ਨੂੰ ਜੱਫੀ ਪਾ ਲਈ। ਰਾਜੇ ਨੇ ਰਤਾ ਕੋ ਬੁਰਾ ਮਨਾਇਆ, ਪਰ ਇੰਨੇ ਨੂੰ ਰਾਣੀ ਜੀ ਨੇ ਗੋਬਿੰਦ ਸਿੰਘ ਜੀ ਨੂੰ ਕੁੱਛੜ ਚੁੱਕ ਲਿਆ ਸੀ ਅਤੇ ਉਹਨਾਂ ਨਾਲ ਪਿਆਰ ਕਰਨ ਲੱਗ ਪਏ ਸਨ। ਰਾਜਾ ਜੀ ਵੇਖ ਹੈਰਾਨ ਹੋ ਰਹੇ ਸਨ। ਰਾਣੀ ਜੀ ਦੇ ਕੰਨਾਂ ਵਿੱਚ ਅਤੇ ਰਾਜਾ ਜੀ ਦੇ ਕੰਨਾਂ ਵਿੱਚ ਮਲਾਹਾਂ ਦੇ ਉਹ ਸ਼ਬਦ ਗੂੰਜ ਰਹੇ ਸਨ। ਰਾਜਾ ਜੀ ਨੇ ਕਿਹਾ, ਗੋਬਿੰਦ ਜੀ, ਕੀ ਸਾਡੇ ਘਰ ਵੀ ਕਦੀ ਤੁਹਾਡੇ ਵਰਗਾ ਸੁੰਦਰ ਬਾਲਕ ਹੋਵੇਗਾ? ਗੋਬਿੰਦ ਜੀ ਰਾਣੀ ਜੀ ਦੇ ਕੁੱਛੜੋਂ ਉਤਰ ਕੇ ਦੌੜ ਗਏ। ਰਾਜਾ ਜੀ ਕਹਿਣ ਲੱਗੇ, ਨਹੀਂ, ਇਹ ਐਵੇਂ ਗੱਲ ਹੀ ਨਹੀਂ ਹੈ।
ਇਸ ਬੱਚੇ ਨੇ ਕੀ ਵਰ ਦੇਣਾ ਏ। ਰਾਣੀ ਸਿਦਕਵਾਨ ਸੀ, ਉਸ ਦੇ ਹਿਰਦੇ ਅੰਦਰ ਪਿਆਰ ਸੀ। ਕਹਿਣ ਲੱਗੀ, ਕਿਸੇ ਪਾਸੋਂ ਵਰ ਲੈਣਾ ਹੋਵੇ ਤਾਂ ਇਸ ਤਰ੍ਹਾਂ ਵਰ ਨਹੀਂ ਲਿਆ ਜਾਂਦਾ। ਤੁਸੀਂ ਸ਼ਰਧਾ ਅਤੇ ਪਿਆਰ ਨਾਲ ਵਰ ਮੰਗੋ, ਮੁਰਾਦ ਪੂਰੀ ਹੋਵੇਗੀ। ਰਾਜਾ ਆਪਣੀ ਪੂਰੀ ਸ਼ਾਨ ਵਿੱਚ ਸੀ, ਹੱਥ ਵਿੱਚ ਤਲਵਾਰ, ਸਿਰ 'ਤੇ ਕਲਗੀ, ਆਲੀਸ਼ਾਨ ਪੁਸ਼ਾਕ। ਉਹ ਇੱਕ ਬਾਲਕ ਕੋਲੋਂ ਕਿਸ ਤਰ੍ਹਾਂ ਵਰ ਮੰਗੇ। ਰਾਣੀ ਜੀ ਦਾ ਝਾਕਾ ਖੁੱਲ੍ਹ ਚੁੱਕਾ ਸੀ। ਆਵਾਜ਼ ਮਾਰੀ, ਗੋਬਿੰਦ ਜੀ ਆਓ ਤੇ ਸਹੀ, ਦੌੜ ਕਿਉਂ ਗਏ? ਕੀ ਅਸੀਂ ਚੰਗੇ ਨਹੀਂ ਲੱਗਦੇ? ਗੋਬਿੰਦ ਸਿੰਘ ਜੀ ਦੌੜੇ ਆਏ ਅਤੇ ਫਿਰ ਗਲਵੱਕੜੀ ਪਾ ਲਈ। ਰਾਣੀ ਜੀ ਨੇ ਪੁੱਛਿਆ, ਗੋਬਿੰਦ ਜੀ ਦੱਸੋ ਤੇ ਸਹੀ ਕਿ ਰਾਜਾ ਜੀ ਕੀ ਕਹਿੰਦੇ ਨੇ? ਗੋਬਿੰਦ ਸਿੰਘ ਜੀ ਹੱਸਦੇ ਹੱਸਦੇ ਕਹਿਣ ਲੱਗੇ, ਫਿਰ ਦੱਸਾਂਗੇ, ਪਹਿਲੋਂ ਸਾਨੂੰ ਵੀ ਇਹੋ ਜਿਹੀ ਨਿੱਕੀ ਤਲਵਾਰ ਤੇ ਕਲਗੀ ਲੈ ਦਿਓ। ਰਾਜਾ ਸਾਹਿਬ ਹੱਸ ਪਏ ਅਤੇ ਆਪਣੀ ਕਲਗੀ ਲਾਹ ਕੇ ਗੋਬਿੰਦ ਸਿੰਘ ਜੀ ਦੇ ਕੇਸਾਂ ਵਿੱਚ ਲਾ ਦਿੱਤੀ। ਗੋਬਿੰਦ ਸਿੰਘ ਜੀ ਸੱਚਮੁੱਚ ਹੀ ਗੋਬਿੰਦ ਦਾ ਰੂਪ ਪ੍ਰਤੀਤ ਹੋਣ ਲੱਗੇ। ਦੌੜਦੇ ਦੌੜਦੇ ਕਦੀ ਇੱਧਰ ਜਾਣ, ਕਦੀ ਉੱਧਰ ਜਾਣ ਤੇ ਹੱਸ ਹੱਸ ਕੇ ਦੂਰੇ ਹੋਣ। ਇਸ ਤਰ੍ਹਾਂ ਤਰਕਾਲਾਂ ਪੈ ਗਈਆਂ। ਮਾਮਾ ਕਿਰਪਾਲ ਚੰਦ ਜੀ ਨੇ ਕਲਗੀ ਲਈ ਤੇ ਰਾਜਾ ਸਾਹਿਬ ਨੂੰ ਮੋੜਨ ਦੀ ਸਲਾਹ ਕੀਤੀ। ਰਾਣੀ ਪਦਮਾਵਤੀ ਨੇ ਕਿਹਾ, ਨਹੀਂ, ਇਹ ਕਲਗੀ ਹੁਣ ਮੇਰੇ ਗੋਬਿੰਦ ਸਿੰਘ ਜੀ ਦੀ ਹੈ। ਅਸੀਂ ਕੱਲ੍ਹ ਮਾਤਾ ਜੀ ਦੇ ਦਰਸ਼ਨਾਂ ਲਈ ਆਵਾਂਗੇ। ਰਾਜਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਤੇ ਗੋਬਿੰਦ ਸਿੰਘ ਜੀ ਨੂੰ ਗੱਡੀ ਵਿੱਚ ਬਹਿ ਜਾਣ ਲਈ ਕਿਹਾ, ਪਰ ਗੋਬਿੰਦ ਸਿੰਘ ਜੀ ਨਾ ਮੰਨੇ ਅਤੇ ਕਹਿਣ ਲੱਗੇ ਕਿ ਅਸੀਂ ਆਪਣੇ ਨਾਲ ਦੇ ਸਾਥੀਆਂ ਨਾਲ ਹੀ ਜਾਣਾ ਹੈ। ਸੋ ਆਪ ਉਹਨਾਂ ਨਾਲ ਖੇਡਦੇ ਹੋਏ ਪੈਦਲ ਹੀ ਗਏ। ਅਗਲੇ ਦਿਨ ਸਵੇਰੇ ਹੀ ਰਾਜਾ ਸਾਹਿਬ, ਰਾਣੀ ਪਦਮਾਵਤੀ ਤੇ ਦੋ ਦਾਸੀਆਂ ਇੱਕ ਚਾਂਦੀ ਦੇ ਥਾਲ ਵਿੱਚ ਮਠਿਆਈਆਂ ਤੇ ਫਲ ਲੈ ਕੇ ਤੇ ਇੱਕ ਨਿੱਕੀ ਜਿਹੀ ਫੁੱਟਕ ਦੀ ਕਿਰਪਾਨ ਲੈ ਕੇ ਮਾਤਾ ਜੀ ਦੇ ਦਰਸ਼ਨਾਂ ਨੂੰ ਗਏ। ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਜੀ ਨਾਲ ਅੱਗੇ ਗੱਲ ਕਰ ਛੱਡੀ ਸੀ ਕਿ ਇੱਕ ਰਾਣੀ ਸਾਡੇ ਗੋਬਿੰਦ ਜੀ ਨਾਲ ਬੜਾ ਪਿਆਰ ਕਰਦੀ ਹੈ ਤੇ ਉਹਨਾਂ ਨੇ ਇਹ ਕਲਗੀ ਦਿੱਤੀ ਹੈ। ਰਾਣੀ ਜੀ ਨੇ ਜਾਂਦਿਆਂ ਨਮਸਕਾਰ ਕੀਤੀ ਅਤੇ ਉਹ ਚਾਂਦੀ ਦਾ ਥਾਲ ਮਾਤਾ ਜੀ ਅੱਗੇ ਰੱਖ ਕੇ ਬੜੇ ਪ੍ਰੇਮ ਨਾਲ ਸੁੱਖ ਸਾਂਦ ਪੁੱਛੀ। ਰਾਣੀ ਜੀ ਨੇ ਬੜੇ ਪਿਆਰ ਨਾਲ ਗੋਬਿੰਦ ਸਿੰਘ ਜੀ ਨੂੰ ਕੁੱਛੜ ਚੁੱਕਿਆ ਅਤੇ ਫਿਰ ਉਹ ਸਵਾਲ ਕੀਤਾ, ਕਿਉਂ ਲਾਲ ਜੀ, ਕੀ ਸਾਡੇ ਘਰ ਵੀ ਕਦੀ ਤੁਹਾਡੇ ਵਰਗਾ ਸੁੰਦਰ ਬਾਲਕ ਹੋਵੇਗਾ? ਗੋਬਿੰਦ ਸਿੰਘ ਜੀ ਚੁੱਪ ਕਰ ਰਹੇ। ਫਿਰ ਮਾਤਾ ਜੀ ਨੇ ਕਿਹਾ, ਗੋਬਿੰਦ ਜੀ ਦੱਸੋ ਨਾ, ਰਾਜਾ ਜੀ ਕੀ ਕਹਿੰਦੇ ਨੇ? ਇਹ ਤੁਹਾਡੇ ਪਾਸੋਂ ਕੀ ਪੁੱਛਦੇ ਨੇ? ਗੋਬਿੰਦ ਸਿੰਘ ਜੀ ਨੇ ਰਾਣੀ ਪਦਮਾਵਤੀ ਨੂੰ ਗਲਵੱਕੜੀ ਪਾ ਲਈ। ਰਾਣੀ ਜੀ ਨੇ ਮੂੰਹ ਚੁੰਮਿਆ, ਪਿਆਰ ਕੀਤਾ, ਅੱਖਾਂ ਭਰ ਆਈਆਂ ਤੇ ਪੁੱਛਿਆ, ਗੋਬਿੰਦ ਜੀ ਦੱਸੋ ਨਾ, ਰਾਜਾ ਜੀ ਕੀ ਪੁੱਛਦੇ ਨੇ? ਮੇਰੀ ਤਲਵਾਰ ਲਿਆਇਓ? ਗੋਬਿੰਦ ਸਿੰਘ ਜੀ ਨੇ ਪੁੱਛਿਆ। ਰਾਣੀ ਸਾਹਿਬ ਹੱਸ ਪਏ, ਥਾਲ ਵਿੱਚੋਂ ਗਾਤਰੇ ਸਣੇ ਕਿਰਪਾਨ ਚੁੱਕੀ ਤੇ ਗੋਬਿੰਦ ਸਿੰਘ ਜੀ ਦੇ ਗਲ ਪਾ ਦਿੱਤੀ, ਸਿਰ 'ਤੇ ਕਲਗੀ ਬੰਨ੍ਹ ਦਿੱਤੀ ਤੇ ਕਿਹਾ, ਲਾਲ ਜੀ ਹੁਣ ਤੇ ਖੁਸ਼ ਹੋ ਨਾ? ਗੋਬਿੰਦ ਸਿੰਘ ਜੀ ਮੁਸਕਰਾਏ, ਕਿਰਪਾਨ ਮਿਆਨ ਵਿੱਚੋਂ ਕੱਢੀ ਅਤੇ ਹੱਸਦੇ ਹੱਸਦੇ ਕਹਿਣ ਲੱਗੇ, ਇੱਕ ਨਹੀਂ ਦੋ ਬਾਲਕ ਹੋਣਗੇ। ਇਹ ਕਹਿ ਕੇ ਦੌੜ ਗਏ। ਮਾਤਾ ਜੀ ਬੜੇ ਪ੍ਰਸੰਨ ਹੋਏ। ਰਾਣੀ ਜੀ ਨੇ ਫਿਰ ਆਵਾਜ਼ ਮਾਰੀ, ਕਲਗੀਆਂ ਵਾਲੇ ਪ੍ਰੀਤਮ ਜੀ ਆਓ ਤੇ ਸਹੀ, ਇਹ ਦੇਖੋ ਤੁਹਾਡੇ ਖਾਣ ਲਈ ਕੀ ਲਿਆਏ ਹਾਂ। ਰਤਾ ਉਰੇ ਤੇ ਆਓ। ਗੋਬਿੰਦ ਸਿੰਘ ਜੀ ਆ ਗਏ ਤੇ ਕਹਿਣ ਲੱਗੇ, ਸਾਨੂੰ ਖਾਣ ਦੀ ਲੋੜ ਨਹੀਂ, ਜਿਸ ਚੀਜ਼ ਦੀ ਲੋੜ ਸੀ ਉਹ ਮਿਲ ਗਈ ਏ, ਸੋ ਤੁਹਾਡੀ ਆਸ ਪੂਰੀ ਹੋਵੇਗੀ। ਇਸ ਤਰ੍ਹਾਂ ਨਿੱਕੇ ਜਿਹੇ ਗੋਬਿੰਦ ਸਿੰਘ ਜੀ ਤੋਂ ਵਰ ਲੈ ਕੇ ਰਾਜਾ ਤੇ ਰਾਣੀ ਘਰ ਆਏ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਬਨਾਰਸ ਦੇ ਰਾਜਾ ਤੇ ਰਾਣੀ ਸਦਾ ਲਈ ਗੁਰੂ ਘਰ ਦੇ ਸੇਵਕ ਬਣ ਗਏ।